ਅੱਜ ਅੱਜ ਅਸੀਂ ਸ਼ਬਦ ਕਰਾਂਗੇ ਗੌੜੀ ਮਹਲਾ ਚੌਥਾ। ਸਤਿਗੁਰ ਸਭਨਾ ਦਾ ਭਲਾ ਮਨਾਇੰਦਾ, ਤਿਸ ਦਾ ਬੁਰਾ ਕਿਉਂ ਹੋਏ। सतगुर गुरु जो सच्चा है, सच्चा गुरु कौन है? पिता परमेश्वर। पर साडे गुरुआं ने भी, गुरु नानक पातशाह जी वो आप निरंकार दा रूप सन और उन्हां दी जोत बाकियां गुरु साहिबाना च टिकी और उन्हां तो बाद धन धन श्री गुरु ग्रंथ साहिब जी विच वो अपनी जोत टिका के वो इस धरती तो गए। पर संगत जी, गुरु ग्रंथ साहिब जो निरंकार दी जोत, जो उन्हां दी जोत है वो सच्ची है, सच्चा गुरु। और बाणी च भी लिखा है कि गुरु परमेश्वर एको जान, कि गुरु और परमेश्वर जो तुहानू सच्चा रस्ता दिखांदा है, जो तुहानू सच्चा मार्ग दिखांदा है, ओनू तुसी परमेश्वर दा रूप जानो। क्योंकि बाणी पढ़ के, बाणी साध के, जो सच्चे मन नाल बाणी पढ़दा है, बाणी साधदा है, बाणी च लिखिया है कि वो परमेश्वर दा रूप हो जाता है। और फिर साडे गुरु साहिबान ते वो आप निरंकार दा रूप, वो निरंकार ने उन्हां दे रूप दे विच आप धरती ते आए से। ते सतगुर सबना दा भला मनाइंदा, और साडे गुरुआं ने ते संगत जी सारियां दा भला मनाया। सानू अरदास विच भी यही कह के गए कि तेरे भाने सरबत दा भला। ਇਹਦੇ ਚ ਲਿਖਿਆ ਹੈ ਕਿ ਸਤਗੁਰ ਸਭਨਾ ਦਾ ਭਲਾ ਮਨਾਇੰਦਾ। ਜੋ ਸਤਗੁਰ, ਜੋ ਗੁਰੂ ਸਾਰਿਆਂ ਦਾ ਭਲਾ ਮੰਗਦਾ ਹੈ, ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਹੈ, ਸਾਰਿਆਂ ਦਾ ਭਲਾ ਮੰਨਦਾ ਹੈ, ਮੰਗਦਾ ਹੈ, ਔਰ ਉਹ ਚਾਹੁੰਦਾ ਹੈ ਕਿ ਸਾਰੇ ਸੁਖੀ ਰਹਿਣ, ਸਾਰਿਆਂ ਦਾ ਭਲਾ ਹੋਏ। ਤੇ ਤਿਸ ਦਾ ਬੁਰਾ ਕਿਉਂ ਹੋਏ? ਫਿਰ ਉਸ ਦਾ ਆਪਣਾ ਬੁਰਾ ਕਿਉਂ ਹੋ ਸਕਦਾ? ਫਿਰ ਉਹਦਾ ਕਦੀ ਆਪਣਾ ਬੁਰਾ ਨਹੀਂ ਹੁੰਦਾ। ਹੁਣ ਇਹ ਵੀ ਸੰਗਤ ਜੀ, ਅਸੀਂ ਆਪਣੀ ਜ਼ਿੰਦਗੀ 'ਚ ਕਈ ਵਾਰੀ ਅਸੀਂ ਕਹਿੰਦੇ ਆ ਨਾ ਕਿ ਚੰਗੇ ਕਰਮ ਕਰੋ, ਕਰ ਭਲਾ ਸੋ ਹੋ ਭਲਾ। ਚੰਗਾ ਕਰੋਗੇ ਤੇ ਤੁਹਾਨੂੰ ਜੋ ਤੁਸੀਂ ਕਰੋਗੇ, ਚੰਗਾ ਕਰੋਗੇ ਤਾਂ ਤੁਹਾਡੇ ਕੋਲ ਮੁੜ ਕੇ ਅੱਛਾ ਆਏਗਾ। ਜੇ ਤੁਸੀਂ ਬੁਰਾ ਕਰੋਗੇ ਤੇ ਤੁਹਾਡੇ ਕੋਲ ਬੁਰਾ ਆਏਗਾ। ਕਿਉਂਕਿ ਸੰਗਤ ਜੀ ਮਸਕੀਨ ਜੀ ਕਹਿੰਦੇ ਨੇ ਜੋ ਸਾਡੇ ਕੋਲ ਹੁੰਦਾ ਹੈ ਅਸੀਂ ਉਹੀ ਵੰਡਦੇ ਹਾਂ। ਕਈ ਹੁਣ ਜਿਸ ਤਰ੍ਹਾਂ ਸੱਪ ਹੈ, ਸੱਪ ਦਾ ਤੁਸੀਂ ਭਲਾ ਵੀ ਕਰੋਗੇ ਨਾ, ਸੱਪ ਦੇ ਅੰਦਰ ਤੇ ਜ਼ਹਿਰ ਭਰਿਆ ਹੈ, ਉਹਨੇ ਤੇ ਜ਼ਹਿਰ ਹੀ ਉਗਲਣਾ ਹੈ। ਤੇ ਜੋ ਗਊ ਹੈ, ਗਾਂ ਹੈ, ਉਹਨੂੰ ਤੁਸੀਂ ਚਾਰਾ ਖਵਾਓ, ਚੰਗਾ ਖਾਓ, ਮਾੜਾ ਖਾਓ। ਹਾਂ, ਦੁੱਧ ਦੀ ਕੁਆਲਿਟੀ ਫਰਕ ਪੈ ਸਕਦੀ ਹੈ, ਪਰ ਉਹਨੂੰ ਤੁਸੀਂ ਜੋ ਵੀ ਖਵਾਓਗੇ ਨਾ, ਉਹਨੇ ਦੁੱਧ ਹੀ ਦੇਣਾ ਹੈ। ਅਸੀਂ ਕਈ ਵਾਰ ਕਹਿੰਦੇ ਇਹ ਤੇ ਗਊ ਵਾਂਗੂ ਸਿੱਧਾ ਹੈ, ਇਹ ਤੇ ਇਹਦਾ ਦਿਮਾਗ ਤੇ ਬੜਾ ਸ਼ਾਤਰ ਹੈ, ਇਹ ਤੇ ਲੋਮੜੀ ਵਰਗਾ ਚਲਾਕ ਹੈ। ਅਸੀਂ ਕਹਿੰਦੇ ਆ ਇਹ ਜੂਨੀਆਂ ਨੇ, ਇਹ ਮਨੁੱਖ ਵੀ, ਮਨੁੱਖਤਾ ਦਾ ਜੀਵਨ ਵੀ ਕਈ ਜੂਨੀਆਂ 'ਚ ਭੋਗਦਾ ਹੈ ਸੰਗਤ ਜੀ। ਇਹ ਵੀ ਅਗਰ ਸੋਚਿਆ ਜਾਏ, ਅਗਰ ਵਿਚਾਰਿਆ ਜਾਏ ਨਾ, ਇੱਕ ਮਨੁੱਖ ਵੀ ਨਾ ਉਹ ਅਲੱਗ-ਅਲੱਗ ਜੂਨੀਆਂ ਇਹ ਮਨੁੱਖਤਾ ਦੇ ਜੀਵਨ 'ਚ ਹੀ ਭੋਗਦਾ ਹੈ। ਉਹ ਇੱਕ ਅਲੱਗ ਟੌਪਿਕ ਹੈ। ਤੇ ਇੱਥੇ ਬਾਣੀ ਸਾਨੂੰ ਸ਼ਬਦ ਦੱਸ ਰਿਹਾ ਹੈ, ਗੁਰੂ ਸਾਹਿਬਾਨ ਸਾਨੂੰ ਦੱਸ ਰਹੇ ਨੇ ਕਿ ਜਿਹੜਾ ਸਾਰਿਆਂ ਦਾ ਭਲਾ ਮੰਗਦਾ ਹੈ ਨਾ, ਉਹਦਾ ਆਪਣਾ ਕਦੀ ਬੁਰਾ ਹੋ ਹੀ ਨਹੀਂ ਸਕਦਾ। ਔਰ ਸਤਿਗੁਰ ਦਾਤਾ ਦਿਆਲ ਹੈ, ਔਰ ਪਰਮਾਤਮਾ ਦੇ ਕੋਲ ਤੇ ਪਿਆਰ ਹੀ ਪਿਆਰ ਭਰਿਆ ਹੋਇਆ ਹੈ। ਉਹ ਪਿਆਰ ਨਾਲ ਹੀ ਭਰਿਆ ਹੋਇਆ ਹੈ, ਉਹਨੇ ਸਾਰਿਆਂ ਨੂੰ ਪਿਆਰ ਹੀ ਦੇਣਾ ਹੈ। ਬਾਕੀ ਅੱਗੇ ਸੰਗਤ ਜੀ ਸਾਡੇ ਆਪਣੇ ਕਰਮ ਆਉਂਦੇ ਨੇ। ਜੇ ਤੇ ਕੋਈ ਕਹੀਏ, ਅਸੀਂ ਕਹੀਏ ਕਿ ਸਾਨੂੰ ਔਖਿਆਈ ਕਿਉਂ ਆ ਰਹੀ ਹੈ, ਸਾਨੂੰ ਇਹ ਬੁਰਾਈ ਕਿਉਂ ਮਿਲਦੀ ਹੈ, ਪਰ ਅਗਰ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਰਹਾਂਗੇ ਨਾ, ਉਹ ਕਹਿੰਦੇ ਨੇ ਨਾ ਸੂਲੀ ਦਾ ਕੰਡਾ ਬਣ ਜਾਂਦਾ ਹੈ। ਪਰ ਕਰਮ ਸਾਨੂੰ ਭੋਗਣੇ ਹੀ ਪੈਂਦੇ ਨੇ, ਉਹ ਚਾਹੇ ਵੱਡੇ ਵੱਡੇ ਭਗਤ ਹੋਣ, ਚਾਹੇ ਸਾਡੇ ਵਰਗੇ ਇੱਕ ਆਮ ਮਨੁੱਖ ਹੋਵੇ। ਇਹ ਕਰਮਾਂ ਦਾ ਨਿਬੇੜਾ ਤੇ ਇਹ ਕਰਨਾ ਹੀ ਪੈਂਦਾ ਹੈ। ਤੇ ਇਸ ਲਈ ਜੋ ਪਰਮਾਤਮਾ ਹੈ ਉਹ ਹੀ ਇੱਕ ਇਹੋ ਜਿਹਾ ਦਇਆਵਾਨ ਹੈ, ਉਹ ਇਹੋ ਜਿਹਾ ਦਇਆਲੂ ਹੈ, ਔਰ ਜਿਹਦੇ ਕੋਲ ਜੋ ਹੁੰਦਾ ਹੈ ਉਹੀ ਵੰਡਦਾ ਹੈ। ਉਹ ਇੰਨਾ ਦਿਆਲ ਹੈ ਔਰ ਉਹ ਦਾਤਾ ਹੈ। ਦਾਤਾ ਕੌਣ ਹੁੰਦਾ ਹੈ?
जो वंडदा है, जो दिंदा है। बाणी च भी आंदा कि दद्दा दाता देवनहार। संगत जी मैनू इन्नी कंठ नहीं है बाणी, पर मैनू मीनिंग पता ने कि बाणी सानू की समझा रही है कि वो परमात्मा इको ही है, वो ही देने वाला है। ते सतगुरु दाता दयाल है, जिसनु दया सच्चा सदा होए। और वो हमेशा सदा दयाल, सदा प्रेम ही वंडदा है, सदा वो दिंदा ही है। वो किसी को मंगदा नहीं, वो वापस नहीं लैंदा किसी को। इसलिए वो जिहड़ा प्रभु है वो इन्ना दयाल है और वो इन्ना दाता वंडदा है, बहुत दयाल है। और वो सदा ही दाता वंडदा है, सदा ही दया करदा है। सतगुर अंदरों निर्वैर है। अंदरों निर्वैर है मतलब कि अगर अंदर कोई वैर रखदा है ना संगत जी, ते ओदे किसी ना किसी कर्म दे विच, किसी ना किसी ओदे बचन दे विच असी अगर किसी तो वैर रखिए ना, ते साडे मुंह तो कदी ना कदी कौड़ी गल निकल जांदी है ओदे वास्ते। अगर असी साडे मन च वैर होवे ते साडी कोई ना कोई एक्शन, साडा कोई ना कोई साडा कर्म तो पता लग जाता है कि एदे मन च साडे वास्ते गुस्सा है, एदे मन च साडे वास्ते वैर है, एदे मन च साडे वास्ते द्वेष है। ते पर सतगुर अंदरों निर्वैर है, वो अंदरों दी निर्वैर है, वो अंदरों किसी दे नाल वैर रखदा ही नहीं। ये ते सानू साडे मूल मंत्र च भी दस्या होया, निरपौ निर्वैर। वो किसी दा वैरी नहीं है, वो किसी दे नाल वैर रखदा ही नहीं। सब देखै ब्रह्म एक सोए। और संगत जी जो वैर नहीं ना रखदा मन च, ओनू ते फिर सारे प्यारे लगदे ने, ओनू ते फिर सारे परमात्मा दा रूप लगदे ने। क्यों? क्योंकि परमात्मा ने ते सारी सृष्टि रची हुई है, परमात्मा ने ते सारियां नू बनाया है। ते इसलिए ओनू सारियां दा विच परमात्मा दा रूप दिखदा है और सारियां नू ओ इक्को नजर दे नाल देखदा है। ओही देखेगा जिहदे मन च प्यार भरिया होवे, जेड़े मन तो निर्वैर होवे, ओही ये काम कर सकदा, बाकी होर कोई दूसरा ये काम नहीं कर सकदा। साडे गुरुआं ने जो लड़ाइयां लड़ियां संगत जी, ओ किन्ना उन अपने वास्ते ते किसी ने लड़ी नहीं, उन्हां ने ते दीना वास्ते, दुखियां वास्ते, दूजियां दे हक्कां वास्ते उन्हां ने आपा आप वारता। उन्हां ने कुछ उन्हां ने 1 मिनट, अगर उन्हां दे वैरी भी उन्हां दे चरणां दे च आए ने, अगर वैरी भी उन्हां कोलों आके उन्हां ने शरण लित्ती है, ते अगर उन्हां को मदद मंगी है कि गुरु जी साडी तुसी युद्ध दे विच साडा तुसी साथ दवो, पर उन्हां ने ओदे च भी उन्हां दा साथ दिता है, पर साथ उन्हां ने सच दा दिता है। निर्वैरां नाल जे वैर चलाइंदे, और जो एहो जी निर्वैरां दे नाल वैर रखदे ने ना, वो फिर की हुंदे ने, तिन विचों तिसटिया ना कोई, वो फिर अंदरों दुखी रहंदे ने। कहंदे ना अगर किसी दा तुसी बुरा करो, कोई भले बंदे दा तुसी बुरा करो, ते फिर ओदा तानू ओदा भरना पैंदा है। ਉਹ ਇੰਨਾ ਚੰਗਾ ਬੰਦਾ, ਅਗਰ ਅਸੀਂ ਉਹਦੇ ਨਾਲ ਵੈਰ ਰੱਖਾਂਗੇ, ਉਹਦੇ ਨਾਲ ਅਸੀਂ ਬੁਰਾ ਕਰਾਂਗੇ, ਤੇ ਫਿਰ ਸਾਡਾ ਬੁਰਾ ਤੇ ਹੋਏਗਾ। ਹੁਣ ਸਾਡੇ ਗੁਰੂਆਂ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਅਸੀਂ ਹੁਣ ਜੰਗ ਕਰ ਰਹੇ ਹਾਂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਉਹਨਾਂ ਨੇ 4 ਜੰਗਾਂ ਲੜੀਆਂ, ਚਾਰੋਂ ਜਿੱਤੀਆਂ, ਕਿਉਂਕਿ ਉਹ ਨਿਰਵੈਰ ਸੀਗੇ। ਉਹ ਨਿਰਵੈਰ ਸੀ, ਔਰ ਉਹਨਾਂ ਦੇ ਵੈਰੀਆਂ ਨੇ ਇਹੋ ਜਿਹੇ ਨਿਰਵੈਰ ਦੇ ਨਾਲ ਉਹਨਾਂ ਨੇ ਦੁਸ਼ਮਣੀ ਰੱਖੀ। ਉਹਨਾਂ ਨੇ ਦੁਸ਼ਮਣੀ ਕਿਉਂ ਰੱਖੀ? ਕਿਉਂਕਿ ਉਹ ਚਾਹੁੰਦੇ ਨਹੀਂ ਸੀ ਕਿ ਸਾਡੇ ਇਕੁਅਲ ਕੋਈ ਖੜਾ ਹੋਵੇ। ਉਹ ਚਾਹੁੰਦੇ ਨਹੀਂ ਸੀ, ਉਹ ਚਾਹੁੰਦੇ ਸੀ ਕਿ ਅਸੀਂ ਰੂਲ ਕਰੀਏ। ਔਰ ਗੁਰੂ ਸਾਹਿਬ ਸਾਡੇ ਚਾਹੁੰਦੇ ਸੀ ਕਿ ਸਾਰੇ ਪ੍ਰਮਾਤਮਾ ਦੇ ਬਣਾਏ ਹੋਏ ਨੇ, ਸਾਰਿਆਂ ਨੂੰ ਫਰੀडम ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਜ਼ਿੰਦਗੀ ਜੀਣ ਦੀ। इसलिए अगर गुरु गोबिंद सिंह पातशाह ने 14 जंगा लड़ियां ते उन्होंने 14 जीतियां, ते ये जो दुश्मन, जो मनुख, जो वैरी निर्वैरां दे नाल जे वैर रखदे ने, ते फिर उन्हां नूं मूंह दी खानी पैंदी है। वो फिर विचों बड़े विचलित रहंदे ने, दुखी रहंदे ने, उन्हां फिर किते शांति नहीं मिलदी।
सतगुरु नो जेहा को इच्छदा तेहा फल पाए। जो इच्छा लैके ਉਹਨਾਂ ਨੂੰ ਧਿਆਉਂਦਾ है, और अगर वो माड़ी इच्छा लैके जाएगा ना वाहिगुरु दे दरवाजे दे अगे, तो ਉਹਦੀ ਇੱਛਾ कदी पूरी नहीं होएगी। अगर अच्छी नीयत दे नाल जाएगा ते ਉਹਨੂੰ भाग भी लगणगे। ते ਇਹ सारी है ਇੱਛਾ ਦੀ ਗੱਲ, ਭਾਵਨਾ ਦੀ ਗੱਲ कि सतगुरु नो जेहा को इच्छदा, ਜਿਹੜਾ ਕੋਈ जिस ਇੱਛਾ ਦੇ ਨਾਲ ਉਹਨੂੰ ਧਿਆਉਂਦਾ है ना, ਉਹਨੂੰ ਫਿਰ ਉਸੇ ਤਰ੍ਹਾਂ ਦਾ ਹੀ ਫਲ ਮਿਲਦਾ है। नानक करता सब किछ जानदा, ਉਹ ਤੇ ਕਰਤਾ ਪੁਰਖ है, ਉਹ ਤੇ ਅੰਦਰ ਦੀ ਬਾਹਰ ਦੀ ਹਲਤ ਪਲਤ ਦੀ ਉਹ ਤੇ ਹਰ ਇੱਕ ਦੀ ਜਾਣਦਾ ਹੈ, ਤੇ ਉਹ ਸਭ ਕੁਝ ਜਾਣਦਾ। ਤਿੱਦੂ ਕਿਛ ਗੁੱਜਾ ਹੋਏ, ਉਹਦੇ ਕੋਲ ਕੁਝ ਛੁਪਿਆ ਨਹੀਂ ਰਹਿ ਸਕਦਾ। ਕਿਉਂ? ਕਿਉਂਕਿ ਜਿਸ ਪਰਮਾਤਮਾ ਨੇ ਸਾਨੂੰ ਬਣਾਇਆ ਹੈ, ਜੋ ਅਸੀਂ ਕੋਈ ਸਬਜ਼ੀ ਬਣਾਉਂਦੇ ਆ, ਸਾਨੂੰ ਪਤਾ ਹੈ ਅਸੀਂ ਇਹ 'ਚ ਕਿਹੜੇ ਕਿਹੜੇ ਮਸਾਲੇ ਪਾਏ ਨੇ, ਸਾਨੂੰ ਪਤਾ ਹੈ ਇਹ ਮਸਾਲੇ ਕਿੰਨੇ ਪਾਣੇ ਨੇ, ਇਹ ਮਸਾਲਾ ਜ਼ਿਆਦਾ ਪਾਵਾਂਗੇ ਨਾ ਇਹਦੇ ਨਾਲ ਮੂੰਹ ਸੜੇਗਾ, ਮਿਰਚਾਂ ਜ਼ਿਆਦਾ ਪਾਤੀਆਂ ਤੇ ਇਹਦੇ ਨਾਲ ਮੂੰਹ ਸੜੇਗਾ, ਸਾਨੂੰ ਪਤਾ ਹੈ। ਤੇ ਇਹ ਤੇ ਇੱਕ ਛੋਟੀ ਜੀ ਚੀਜ਼ ਹੈ, ਪਰ ਜੇ ਉਹ ਪਰਮਾਤਮਾ ਨੇ ਜਿਹੜਾ ਮਨੁੱਖ ਬਣਾ ਦਿੱਤਾ ਹੈ, ਉਹਨੂੰ ਜੋ ਸਾਜਿਆ ਹੈ, ਜੋ ਉਹਨੇ ਸ੍ਰਿਸ਼ਟੀ ਸਾਜੀ ਹੈ, ਜੋ ਉਹਨੇ ਤੇ ਪਰਮਾਤਮਾ ਨੇ ਜੋ ਵੀ ਕੁਝ ਰਚਿਆ ਹੈ, ਕਿਉਂਕਿ ਉਹ ਆਪ ਕਰਤਾ ਪੁਰਖ ਹੈ, ਉਹਦੇ ਤੋਂ ਕੀ ਛੁਪਿਆ ਰਹਿ ਸਕਦਾ? ਤੇ ਉਹ ਤੇ ਘਟ ਘਟ ਕੀ ਪਟ ਪਟ ਕੀ ਜਾਣੇ, ਭਲੇ ਬੁਰੇ ਕੀ, ਭਲੇ ਨੂੰ ਵੀ ਜਾਣਦੇ ਨੇ, ਬੁਰੇ ਨੂੰ ਵੀ ਜਾਣਦੇ ਨੇ, ਉਹ ਤੇ ਘੱਟ ਨੂੰ ਵੀ ਜਾਣਦੇ ਨੇ, ਉਹ ਪੱਟ ਨੂੰ ਵੀ ਜਾਣਦੇ ਨੇ। ਜੋ ਘਟ ਰਿਹਾ ਹੈ ਉਹਨੂੰ ਵੀ ਜਾਣਦੇ ਨੇ, ਜੋ ਪੱਟ ਹੈ, ਜੋ ਪਰਦੇ ਦੇ ਅੰਦਰ ਹੈ, ਜੋ ਅਸੀਂ ਦੁਨੀਆ ਦੇ ਅੱਗੇ ਜ਼ਾਹਿਰ ਨਹੀਂ ਕਰਦੇ, ਜੋ ਸਾਡੇ ਅੰਦਰ ਮਨ ਦੇ ਅੰਦਰ ਚੱਲ ਰਿਹਾ ਹੁੰਦਾ ਹੈ, ਉਹ ਵੀ ਜਾਣਦੇ ਨੇ। ਤੇ ਇਸ ਲਈ ਪਰਮਾਤਮਾ ਕੋ ਕੋਈ ਛਿਪਿਆ ਨਹੀਂ ਰਹਿ ਸਕਦਾ। ਤੇ ਇਹ ਸ਼ਬਦ ਇਹ ਬਿਲਕੁਲ ਢੁਕਦਾ ਹੈ ਜੋ ਅਸੀਂ ਕਰਤਾਰਪੁਰ ਸਾਹਿਬ ਦੀ ਜੰਗ ਦੀ ਅਸੀਂ ਜੋ ਗੱਲ ਕਰ ਰਹੇ ਹਾਂ। ਤੇ ਜਦੋਂ ਭਾਈ ਲਖੂਮਲ ਜੀ ਬੜੇ ਸੂਰਬੀਰ ਸੀ, ਜੰਗ ਪੂਰੀ ਤਰ੍ਹਾਂ ਦੇ ਨਾਲ ਉਹ ਲੜ ਰਹੇ ਨੇ, ਇਧਰੋਂ ਤੀਰ ਆ ਰਹੇ ਨੇ, ਇਧਰੋਂ ਤੀਰ ਆ ਰਹੇ ਨੇ, ਜਿਹੜੇ ਜਦੋਂ ਦੂਰ ਹੁੰਦੀ ਹੈ ਤੇ ਤੀਰ ਦੇ ਨਾਲ ਲੜਾਈ ਹੁੰਦੀ ਹੈ, ਔਰ ਜਦੋਂ ਕੋਈ ਲਾਗੇ ਆ ਜਾਂਦਾ ਤੇ ਉਹ ਤੇਗ ਕੱਢ ਲੈਂਦੇ ਨੇ ਤੇ ਕੱਟੀ ਜਾਂਦੇ ਨੇ, ਮਾਰੀ ਜਾਂਦੇ ਨੇ, ਉਧਰੋਂ ਵੀ ਆਪਣੇ ਸਿੱਖ ਵੀ ਸ਼ਹੀਦ ਹੋ ਰਹੇ ਨੇ। ਤੇ ਦੂਰੋਂ ਭਾਈ ਲਖੂਮਲ ਜੀ ਦੀ ਨਿਗਾਹ ਪੈਂਦੀ ਹੈ, ਦੂਰ ਨਿਗਾਹ ਪੈਂਦੀ ਹੈ ਕੁਤਬ ਖਾਨ ਤੇ। ਉਹ ਦੂਰੋਂ ਹੀ ਪਹਿਚਾਨ ਜਾਂਦੇ ਨੇ ਭਾਈ ਲਖੂਮਲ ਜੀ ਕਿ ਉਹ ਤੇ ਕੁਤਬ ਖਾਨ ਹੈ, ਹੁਣ ਇਹਦਾ ਖਾਤਮਾ ਕਰਨਾ ਚਾਹੀਦਾ। ਤੇ ਕਿਸ ਤਰ੍ਹਾਂ ਪਹਿਚਾਨਦੇ ਨੇ? ਉਹਨਾਂ ਨੇ ਗਹਿਣੇ ਪਾਏ ਹੁੰਦੇ ਨੇ, ਸੋਨੇ ਦੇ ਕੰਠੇ ਪਾਏ ਹੁੰਦੇ ਨੇ, ਹੀਰੇ ਮੋਤੀ ਪਾਏ ਹੁੰਦੇ ਨੇ, ਕਿਉਂਕਿ ਬੜੇ ਵੱਡੇ ਸੂਬੇਦਾਰ ਸੀ, ਜਲੰਧਰ ਦੇ ਵੱਡੇ ਸੂਬੇਦਾਰ ਸੀ, ਫੌਜ ਵੀ ਉਹਨਾਂ ਦੀ ਬੜੀ ਸੀ। ਤੇ ਦੂਰੋਂ ਹੀ ਉਹ ਪਹਿਚਾਨ ਜਾਂਦੇ ਨੇ। ਕਿਉਂ? ਕਿਉਂਕਿ ਉਹਨਾਂ ਜਿਹੜੀ ਟੋਪ ਪਾਈ ਹੁੰਦੀ ਹੈ, ਟੋਪੀ ਪਾਈ ਹੁੰਦੀ ਹੈ ਨਾ ਲੋਹੇ ਦੀ, ਉਹਦੇ ਉੱਤੇ ਸੋਨੇ ਦੀ ਮੀਨਾਕਾਰੀ ਹੋਈ ਹੁੰਦੀ ਹੈ, ਉਹ ਚਮਕਦੀ ਹੈ, ਟੋਪੀ ਚਮਕਦੀ ਹੈ। ਉਹ ਦੇਖਦੇ ਨੇ ਜਿਹੜੇ ਘੋੜੇ ਦੀ ਕਾਠੀ ਹੈ ਉਹ ਵੀ ਬੜੀ ਚਮਕ ਰਹੀ ਹੈ, ਸੋਨੇ ਦੇ ਜਿਹੜੇ ਕੰਠੇ ਪਾਏ ਨੇ ਉਹ ਵੀ ਚਮਕ ਰਹੇ ਨੇ, ਔਰ ਜਿਹੜੀ ਉਹਨਾਂ ਦੀ ਤੇਗ ਹੈ, ਜਿਹੜੀ ਉਹਨਾਂ ਦੀ ਤਲਵਾਰ ਹੈ, ਤਲਵਾਰ ਦਾ ਮੁੱਠਾ ਵੀ ਸੋਨੇ ਦਾ ਹੈ। ਤੇ ਉਹ ਦੂਰੋਂ ਹੀ ਸਮਝ ਜਾਂਦੇ ਨੇ ਕਿ ਉਹ ਕੁਤਬ ਖਾਨ ਹੈ। ਤੇ ਉਹ ਕਹਿੰਦੇ ਨੇ ਹੁਣ ਕੁਤਬ ਖਾਨ ਦਾ ਭੋਗ ਪਾਣਾ ਹੈ। ਤੇ ਉਹ ਆਪਣਾ ਘੋੜਾ ਅੱਡੀ ਮਾਰ ਕੇ ਦੜਾਉਂਦੇ ਨੇ ਕੁਤਬ ਖਾਨ ਦੇ ਵੱਲ। ਤੇ ਜਦੋਂ ਸੰਗਤ ਜੀ ਕੋਈ ਹੁਣ ਕੁਤਬ ਖਾਨ ਤੇ ਸਰਦਾਰ ਸੀ ਨਾ, ਮੇਨ ਸੀ, ਤੇ ਉਹਨਾਂ ਦੇ ਫਿਰ ਜਿਹੜੇ ਫੌਜ ਸੀ ਉਹਨਾਂ ਦੀ, ਉਹ ਤੇ ਬਚਾਏਗੀ ਆਪਣੇ ਸਰਦਾਰ ਨੂੰ, ਤੇ ਬਚਾਏਗੀ ਵੱਡੇ ਸੂਬੇਦਾਰ ਨੂੰ, ਕਿਉਂਕਿ ਜੂਨੀਅਰਸ ਦੀ ਡਿਊਟੀ ਕੀ ਹੁੰਦੀ ਹੈ, ਪਹਿਲਾਂ ਉਹ ਲੜਨਗੇ, ਫਿਰ ਕੋਈ ਵੱਡੇ ਅਫਸਰ ਤੱਕ ਪਹੁੰਚਦਾ। ਤੇ ਜਦੋਂ ਉਹ ਅੱਡੀ ਮਾਰ ਕੇ ਉਹਦੇ ਵੱਲ ਆਪਣਾ ਘੋੜਾ ਦੜਾਉਂਦੇ ਨੇ ਲਖੂਮਲ ਜੀ ਕੁਤਬ ਖਾਨ ਵੱਲ, ਤੇ ਹੁਣ ਨੈਚੁਰਲੀ ਉਹਨਾਂ ਦੇ ਤੇ ਫੌਜ ਬਚਾਏਗੀ। ਤੀਰ ਮਾਰ ਰਹੇ ਨੇ ਲਖੂਮਲ ਜੀ, ਤੇ ਜਦੋਂ ਭਾਈ ਲਖੂ ਤੀਰ ਮਾਰ ਰਹੇ ਨੇ ਤੇ ਉਹ ਸਾਰੇ ਦੇਖ ਜਾਂਦੇ ਨੇ ਕਿ ਇਹਨਾਂ ਤੇ ਨਿਸ਼ਾਨਾ ਬਣਾ ਰਹੇ ਨੇ ਆਪਣਾ ਕੁਤਬ ਖਾਨ ਨੂੰ। ਤੇ ਉਹ ਇੱਕ ਵਿੱਚ ਉਹਨਾਂ ਦਾ
जो सैनिक सिपाही जो ਉਹਨਾਂ ਦੀ फौज ਦਾ ਹੁੰਦਾ है ਉਹ ਵਿੱਚ आ ਜਾਂਦਾ है और ਇਹ ਹੱਥ 'ਚ जोर दी ना तीर खिंच के मारते ने जो कि उस सिपाही दी छाती विन के निकल जाता और वो जिस तरह कट्टिया होया पेड़ डिगदा है वो उस तरह कट्टे पेड़ की तरह उत्थे गिर जाता है। ते सारे बाकी दे भी देखते ने कि भाई लखू जी ने ते दौड़ रहे ने कुतुब खां वाल, ये ते निशाना इन्होंने कुतुब खां नू बनाया है ते सारे आ जाते ने कुतुब खां नू बचाने वास्ते। ते कुतुब खां भी है मारन वाला सतर्क हो जाता है कि ये ते मैनू मारन आ रहा है। जिहड़े उहदे नाल होर भी सैनिक उहदे सिपाही हुंदे ने ना वो भी सतर्क हो जाते हैं। ते की हुंदा है ते कुतुब खां दे जदों ओहदे नेड़े पहुंचण दी कोशिश करदे ने भाई लखूमल जी ते कोई ना कोई विच आ जांदा, एक होर विच आ जांदा है और ओ ललकारदा है कहंदे कहंदे लखू भाई लखू तू किथे जा रहा, क्योंकि एक पहला मर जांदा है जदों कुतुब खां नू मारन लग जांदे ते विच एक सिख एक सॉरी उन्हां दा सिपाही आ जांदा है, तुरक आ जांदा विच, ओहदी छाती च तीर लगदा है ते ये कहंदे कहंदे हुण बदला मैं लैना, जिहड़ा दूसरा सिपाही आंदा है कहंदा हुण बदला मैं लैना और वो जोर दी एक तीर छड्डदा है भाई लखूमल जी ते और ओहदा भयानक तीर आके वजदा है भाई लखू दे मोढे दे उत्ते। जदों आके मोढे ते लगदा है जबे बाण लाग्यो तबे रोस जाग्यो, उन्हां नू गुस्सा आ जांदा है, बहुत गुस्सा आंदा है, होर तेज अपना घोड़ा उधर वाल लैके जांदे ने। जदों उधर होर तेज घोड़ा लैके जांदे और संगत जी ये ते है नहीं सिर्फ घोड़ा लैके जा रहे ने, रस्ते च जेड़े आणगे उन्हां नाल ते जंग करनी पैंदी है ना, जो जो बचाणगे उन्नू मारी जा रहे ने, उन्नू मारी जा रहे ने। जेड़ा भी रस्ते च आंदा है किसी दी गर्दन कट्टी जांदी है, किसी दे पेट च तलवार लगदी है, किसी दी छाती विन्नी जांदी है। एक विच फिर एक होर सिख आंदा है, एक होर तुरक आंदा है, जदों वो कुतुब खां वाल दौड़ रहे हुंदे ने एक होर विच आंदा है उन्हां दा सिपाही होर आंदा है और जदों वो विच आंदा है वो भी फिर बचा लैंदा है, इन्हां नू रोक लैंदा है क्योंकि ये जदों कहंदे ने कहंदे मैं ओहदे को ये सोचदे कहंदे मैं ओहदे को पहुंचना चाहंदा है और कोई ना कोई रोक लैंदा, इन्हां नू होर गुस्सा आ जांदा। जदों इन्हां नू होर गुस्सा आ जांदा है ते होर भी जेड़े तुरक हुंदे ने वो आके इन्हां नू घेरा पा लैंदे ने। जदों घेरा पा लैंदे ने इन्हां ये फिर ते अपनी तेग खिच लैंदे, तेग खिच लैंदे आ, गुस्से च आ जांदे आ, परवट्टे कस्से जांदे ने। तेग उन्हां दी ऐदां हुंदी है कि क्योंकि सब नू मारदे आ रहे हुंदे ने, तेग चो खून चोरिया हुंदा है। कवि जी बयान करदे ने कहंदे ने कि उन्हां दी तेग ऐदां हुंदी है जिस तरह के काल ने पान चबाया हुंदा है, जिद्दां पान खा के किसी दे मुंह चो ओ लाल लाल ओ गिरदा है, कहंदे ओदे तलवार चो भी ऐदां खून चोरिया है। इन्हां दे मोढे दे उत्ते जो तीर धस्सिया हुंदा है, अद्धा तीर पिछे निकलिया हुंदा है, अद्धा तीर अगे हुंदा है, खून नाल कपड़े भिजे हुंदे ने भाई लखू जी दे, पसीने नाल कपड़े भिजे हुंदे ने, खून नाल भिजे हुंदे ने। और संगत जी जदों ये उधर दौड़दे ने अगर ये वार करदे ने ते तुरक भी ते वार करदे ने, शरीर ते इन्ने जख्म हो चुके ने, किते तीरां दे जख्म ने, किते तलवारां ते जख्म ने, ते सारे एक घेर लैंदे ने तुरक भाई लखू जी नू, अपना बचाव कर रहे ने, ओहदे कोल पहुंचण दी कोशिश कर रहे ने। ते कुतुब खां की करदा है, कुतुब खां अपने भत्ते चो एक तीर कढदा है और चलांदा है इन्हां दे उत्ते भाई लखू जी ते, जो कि इन्हां दा घोड़े ते आके तीर वजदा है और घोड़ा इन्हां दा शहीद हो जाता है। भाई लखू जी जदों घोड़ा डिगन लगदा है एकदम छलांग लगा के
घोड़े तो उतरते ने और उछलते संगत जी जिस तरह गतका खेडते हैं ना, इस तरह ही अगर जो इमेजिन करो जो पैदल कोई इन्ना च घिरिया होंदा है ते ओ उसे तरह ही बचाव करता है जिस तरह असी गतका देखते हाँ कि एक सिख 10-10 12-12 15-15 जाने दे नाल जदों एक कला सिख विच जदों ਉਹ ਸਾਰਿਆਂ ਦਾ ਮੁਕਾਬਲਾ ਕਰਦਾ ਹੈ ਤੇ ਸੰਗਤ ਜੀ ਅਗਰ ਅਸੀਂ ਸੋਚੀਏ ਤੇ ਇਸ ਤੋਂ ਵੀ ਜੋ ਅੱਜ ਕੱਲ ਦਾ ਗਤਕਾ ਹੁੰਦਾ ਹੈ ਉਹ ਤੇ ਇੰਨਾ ਨਹੀਂ ਹੁੰਦਾ ਕਿਉਂਕਿ ਉਹ ਤੇ ਸਿਰਫ ਜੋ ਅੱਜ ਕੱਲ ਦਾ ਗਤਕਾ ਹੈ ਨਾ ਸੰਗਤ ਜੀ ਉਹ ਤੇ ਸਿਰਫ ਸ਼ੁਰੂਆਤ ਹੈ। ਜਿਹੜੇ ਪਾਤਸ਼ਾਹ ਦੇ ਟਾਈਮ ਤੇ ਜੋ ਉਹ ਸ਼ਸਤਰ ਕਲਾ ਸੀ, ਜੋ ਉਹ ਯੁੱਧ ਵਿਦਿਆ ਸੀ, ਉਹ ਇੰਨੀ ਜ਼ਿਆਦਾ ਸੀ ਕਿ 52 ਤਰ੍ਹਾਂ ਦੇ ਵਾਰ 52 ਤਰ੍ਹਾਂ ਦੇ ਪੈਂਤਰੇ ਸੋਟੀ ਦੇ ਹੁੰਦੇ ਸੀ ਔਰ 25 ਤਰ੍ਹਾਂ ਦੇ ਤਲਵਾਰ ਔਰ ਢਾਲ ਦੇ ਹੁੰਦੇ ਸੀ। ਔਰ ਜੋ ਅੱਜ ਕੱਲ ਗਤਕਾ ਖੇਡਦੇ ਨੇ ਨਾ ਸੰਗਤ ਜੀ ਇਹਦੇ ਚ ਹੁੰਦੇ ਨੇ 5-7 ਵਾਰ ਨੇ ਤੇ 10-11 ਵਾਰ ਹੁੰਦੇ ਨੇ ਸੋਟੀ ਦੇ ਔਰ 4 ਤੋਂ ਜ਼ਿਆਦਾ ਤਲਵਾਰ ਔਰ ਢਾਲ ਦੇ। ਅੱਜ ਕੱਲ ਜੋ ਗਤਕਾ ਹੁੰਦਾ ਹੈ ਉਸ ਇਹਦੇ ਤੋਂ ਜ਼ਿਆਦਾ ਉਹ ਗਤਕਾ ਨਹੀਂ ਕਰਦੇ। ਪਰ ਉਹ ਸੋਚੋ ਕਿ ਉਸ ਸਮੇਂ ਦਾ ਗਤਕਾ, ਉਸ ਸਮੇਂ ਦੀ ਯੁੱਧ ਕਲਾ, ਉਸ ਸਮੇਂ ਦੀ ਸ਼ਸਤਰ ਵਿਦਿਆ ਔਰ ਪਾਤਸ਼ਾਹ ਜੀ ਨੇ ਤੇ ਸ਼ਸਤਰ ਵਿਦਿਆ ਲਿੱਤੀ ਬਾਬਾ ਬੁੱਢਾ ਜੀ ਤੋਂ ਸੀ, ਕਿੰਨੇ ਨਿਪੁੰਨ ਸੀਗੇ ਤੇ ਉਹਨਾਂ ਨੇ ਆਪਣੇ ਅੱਗੇ ਸਿੱਖ ਟ੍ਰੇਨ ਕੀਤੇ ਹੋਏ ਸੀ ਤੇ ਉਹਨਾਂ ਦੇ ਸਿੱਖ ਵੀ ਕਿੰਨੇ ਨਿਪੁੰਨ ਸੀ ਕਿਉਂਕਿ ਸੰਗਤ ਜੀ ਇੰਨੀ ਵੱਡੀ ਤਾਦਾਦ, ਕਿਤੇ 80,000 1 ਲੱਖ ਤੁਰਕਾਂ ਦੀ ਫੌਜ ਔਰ ਕਿੱਥੇ ਇਹਨਾਂ ਦੀ 1800 2000 ਤੇ ਕੁਛ ਤੇ ਇਹਨਾਂ ਦਾ ਹੋਏਗਾ ਨਾ ਜੋ ਹਰ ਇੱਕ ਇਹ ਮੈਦਾਨ ਫਤਿਹ ਕਰਦੇ ਸੀ, ਹਰ ਇੱਕ ਜੰਗ ਫਤਿਹ ਕਰਦੇ ਸੀ। ਤੇ ਜਦੋਂ ਭਾਈ ਲੱਖੂ ਜੀ ਸਾਰਿਆਂ ਚ ਘਿਰ ਜਾਂਦੇ ਨੇ ਉਹ ਆਪਣੇ ਘੋੜੇ ਤੋਂ ਉਤਰਦੇ ਨੇ, ਤੇਗ ਦੇ ਨਾਲ ਸਾਰਿਆਂ ਤੇ ਵਾਰ ਕਰਦੇ ਨੇ, ਵਾਰ ਕਰਦੇ ਕਰਦੇ ਉਹ ਉਧਰ ਦੌੜਦੇ ਨੇ, ਕੁਤੁਬ ਖਾਂ ਦੇ ਵੱਲ ਦੌੜਦੇ ਨੇ। ਤੇ ਜਦੋਂ ਕੁਤੁਬ ਖਾਨ ਦੇਖਦਾ ਹੈ ਕਿ ਇਹ ਤੇ ਚੀਤੇ ਦੀ ਤਰ੍ਹਾਂ ਇਹ ਮੇਰੇ ਵੱਲ ਆਈ ਜਾ ਰਹੇ ਨੇ, ਰਸਤੇ 'ਚ ਜੋ ਵੀ ਆਂਦਾ ਉਹਨੂੰ ਮਾਰੀ ਜਾਂਦੇ ਨੇ, ਉਹ ਫਿਰ ਇੱਕ ਹੋਰ ਦੂਸਰਾ ਤੀਰ ਆਪਣੇ ਪੱਤੇ 'ਚੋਂ ਕੱਢਦਾ ਹੈ। ਜਦੋਂ ਦੂਸਰਾ ਤੀਰ ਆਪਣੇ ਪੱਤੇ 'ਚੋਂ ਕੱਢਦਾ ਹੈ ਤੇ ਨਿਸ਼ਾਨਾ ਲੈਂਦਾ ਹੈ ਭਾਈ ਲੱਖੂ ਜੀ ਦੇ ਮੱਥੇ ਦਾ ਔਰ ਨਿਸ਼ਾਨਾ ਭਾਈ ਲੱਖੂ ਜੀ ਦੇ ਮੱਥੇ ਤੇ ਆ ਕੇ ਤੀਰ ਵੱਜਦਾ ਹੈ ਔਰ ਪਿੱਛੋਂ ਦੇ ਨਿਕਲ ਜਾਂਦਾ ਹੈ। ਸੰਗਤ ਜੀ ਭਾਈ ਲੱਖੂ ਜੀ ਉੱਥੇ ਸ਼ਹੀਦ ਹੋ ਜਾਂਦੇ ਨੇ। ਜੰਗ ਦਾ ਸਮੇਂ ਇਧਰੋਂ ਤੀਰ ਆ ਰਹੇ ਨੇ, ਇਧਰੋਂ ਤੀਰ ਆ ਰਹੇ ਨੇ, ਗੋਲੀਆਂ ਦੀ ਆਵਾਜ਼ਾਂ ਇਧਰੋਂ ਆ ਰਹੀਆਂ, ਗੋਲੀਆਂ ਦੀਆਂ ਆਵਾਜ਼ਾਂ ਇਧਰੋਂ ਆ ਰਹੀਆਂ, ਚਾਰੋਂ ਪਾਸੇ ਢੇਰ ਲੱਗਾ ਪਿਆ ਹੈ। ਜੋ ਜੰਗ ਦੇ ਵਿੱਚ ਜਾਨੀ ਨੁਕਸਾਨ ਹੋਇਆ ਹੁੰਦਾ ਹੈ ਸੰਗਤ ਜੀ, ਕਿਸੇ ਦੀਆਂ ਅੱਖਾਂ ਬਾਹਰ, ਕਿਸੇ ਦਾ ਹੱਥ ਕੱਟਿਆ ਹੈ, ਕਿਸੇ ਦੀ ਲੱਤ ਕੱਟੀ ਹੈ, ਕਿਸੇ ਦੀਆਂ ਆਂਤੜੀਆਂ ਬਾਹਰ ਨੇ, ਕਿਸੇ ਦਾ ਸਿਰ ਬਾਹਰ ਆਇਆ ਹੋਇਆ ਹੈ। ਸੰਗਤ ਜੀ ਕਵੀ ਜੀ ਏਦਾਂ ਬਿਆਨ ਕਰਦੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਜੰਗ ਅਸੀਂ ਆਪਣੀ ਅੱਖਾਂ ਦੇ ਨਾਲ ਦੇਖ ਪਾ ਰਹੇ ਹਾਂ। ਕਵੀ ਜੀ ਲਿਖਦੇ ਨੇ ਕਿ ਉੱਥੇ ਇੱਲਾਂ, ਚੀਲਾਂ, ਗਿੱਦੜ ਆਵਾਜ਼ਾਂ ਅਲੱਗ-ਅਲੱਗ ਕੱਢ ਰਹੇ ਨੇ, ਆ ਕੇ ਜੋ ਮਰ ਚੁੱਕੇ ਨੇ ਉਹਨਾਂ ਦਾ ਆ ਕੇ ਮਾਸ ਖਾ ਰਹੇ ਨੇ, ਖੂਨ ਪੀ ਰਹੇ ਨੇ, ਪੂਰੀ ਧਰਤੀ ਖੂਨ ਦੇ ਨਾਲ ਲਾਲ ਹੋਈ ਹੈ। ਕਵੀ ਜੀ ਲਿਖਦੇ ਨੇ, ਕਹਿੰਦੇ ਨੇ ਕੋਈ ਅਗਰ ਕਮਜ਼ੋਰ ਦਿਲ ਦਾ ਬੰਦਾ ਹੋਏ ਉਹ ਕਦੀ ਉੱਥੇ 1 ਸੈਕਿੰਡ ਵੀ ਟਿਕ ਨਹੀਂ ਸਕਦਾ। ਤੇ ਸੰਗਤ ਜੀ ਇਹ ਜਦੋਂ ਇਹ ਕੁਤੁਬ ਖਾਂ ਕਹਿੰਦਾ ਇਹਦਾ ਤੇ ਇੱਕ ਬੰਦਾ ਇਹ ਤੇ ਸ਼ਹੀਦ ਹੋ ਜਾਂਦੇ ਨੇ ਭਾਈ ਲੱਖੂ ਜੀ। ਕਹਿੰਦਾ ਹੈ ਕਾਲੇ ਖਾਨ ਦੇ ਨਾਲ ਮਿਲ ਕੇ ਕਹਿੰਦਾ ਹੈ ਕਿ ਇਹ ਤੇ ਸਾਡੇ ਫਟਾਫਟ ਮਾਰੀ ਜਾਂਦੇ ਨੇ ਸਾਡੀ ਫੌਜ ਨੂੰ, ਤੇ ਕੁਛ ਕਰੀਏ ਕਿ ਅਸੀਂ ਜਾ ਕੇ ਗੁਰੂ ਨੂੰ ਫੜ ਲਈਏ, ਕਿਉਂਕਿ ਅਗਰ ਗੁਰੂ ਫੜਿਆ ਗਿਆ ਤੇ ਫਿਰ ਤੇ ਕੋਈ ਗੱਲ ਨਹੀਂ, ਫਿਰ ਤੇ ਅਸੀਂ ਜਿੱਤ ਲਈ। ਤੇ ਭਾਈ ਅਮੀਆ ਜੀ ਔਰ ਭਾਈ ਮੇਰ ਚੰਦ ਜੀ ਇਹ ਵੀ ਸਾਰਿਆਂ ਤੁਰਕਾਂ ਦਾ ਇਹ ਮੁਕਾਬਲਾ ਡਟ ਕੇ ਕਰ ਰਹੇ ਹੁੰਦੇ ਨੇ ਤੇ ਸਾਰਿਆਂ ਤੇ ਵਾਰ ਕਰ ਰਹੇ ਹੁੰਦੇ ਨੇ। ਇੱਕ ਤੀਰ ਦੇ ਨਾਲ 5-5 7-7 ਉਹ ਵਿੰਨੀ ਜਾਂਦੇ ਨੇ। ਤੇ ਜਦੋਂ ਸੰਗਤ ਜੀ ਇਹ ਇੰਨਾ
औखा जंग अखीरली जंग हुंदा है, क्योंकि कुतुब खान कहंदा ये जंग किसी ना किसी तरह असी जितना ही है। ते भाई अमिया जी उन्हां दा भाई मेहर चंद जी जदों सारियां दा मुकाबला कर रहे हुंदे ने ते जदों तुर्कां दी फौज भाई मेहर चंद जी नूं भी घेर लैंदी है ते ਉਹ ਵੀ ਸੰਗਤ ਜੀ ਸਾਰਿਆਂ ਦੇ ਨਾਲ ਉਹਨਾਂ ਦਾ ਵੀ ਸਰੀਰ ਜ਼ਖਮੀ ਹੋਇਆ ਹੋਇਆ ਹੈ, ਖੂਨੋ ਖੂਨ ਹੋਇਆ ਹੈ, ਅੰਗਾਂ ਚੋਂ ਉਹਨਾਂ ਦੇ ਖੂਨ ਚੋਰਿਆ ਹੈ। ਪਰ ਜਦੋਂ ਉਹਨਾਂ ਨੂੰ ਆ ਕੇ ਉਹਨਾਂ ਨੂੰ ਤੁਰਕਾਂ ਨੇ ਘੇਰਿਆ ਹੋਇਆ, ਜਦੋਂ ਘੇਰ ਕੇ ਸਾਰੇ ਜਾਣੇ ਇਕੱਠੇ ਕੋਈ ਗੋਲੀਆਂ ਮਾਰ ਰਿਹਾ, ਤੀਰ ਮਾਰ ਰਿਹਾ ਉਹਨਾਂ ਦੇ ਉੱਤੇ, ਉਹ ਨੀਚੇ ਗਿਰ ਗਏ। ਪਰ ਸੰਗਤ ਜੀ ਫਿਰ ਵੀ ਉਹਨਾਂ ਦਾ ਸਰੀਰ ਜਦੋਂ ਸਰੀਰ ਚੋਂ ਜਦੋਂ ਖੂਨ ਨਿਕਲ ਰਿਹਾ ਹੈ, ਉਹਨਾਂ ਦਾ ਸਰੀਰ ਅਕੜ ਰਿਹਾ ਹੈ, ਕਿਉਂਕਿ ਖੂਨ ਉਹਨਾਂ ਦੇ ਸਰੀਰ ਚੋਂ ਇੰਨਾ ਬਹਿ ਰਿਹਾ ਹੈ, ਪਰ ਫਿਰ ਵੀ ਉਹ ਉਛਲ ਕੇ ਉਹ ਸਾਰਿਆਂ ਦਾ ਮੁਕਾਬਲਾ ਕਰ ਰਹੇ ਨੇ। ਔਰ ਇਸ ਤਰ੍ਹਾਂ ਉਹ ਮੁਕਾਬਲਾ ਕਰ ਰਹੇ ਨੇ। ਜਦੋਂ ਦੂਰੋਂ ਭਾਈ ਅਮੀਆ ਜੀ ਦੇਖਦੇ ਨੇ ਕਿ ਭਾਈ ਮੇਹਰ ਚੰਦ ਜੀ ਕੱਲੇ ਜ਼ਮੀਨ ਤੇ ਗਿਰੇ ਔਰ ਸਾਰੇ ਜਾਣੇ ਉਹਨਾਂ ਦੇ ਹਮਲਾ ਕਰ ਰਹੇ ਨੇ, ਉਹ ਵੀ ਆਪਣੇ ਨਾਲ ਸਿਪਾਹੀ ਲੈ ਕੇ, ਆਪਣੇ ਨਾਲ ਸਿੱਖ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਦੇ ਮਦਦ ਕਰਨ ਵਾਸਤੇ। ਸੰਗਤ ਜੀ ਉਹ ਵੀ ਮਦਦ ਕਰਨ ਪਹੁੰਚਦੇ ਨੇ, ਪਰ ਜੋ ਇਹ ਜੰਗ ਹੈ ਇੰਨਾ ਭਿਆਨਕ ਸੀ, ਪਰ ਸਿੱਖ ਇੰਨਾ ਹੌਸਲਾ ਬੁਲੰਦ ਸੀ ਉਹਨਾਂ ਦਾ, ਪਰ ਭਾਈ ਅਮੀਆ ਜੀ, ਭਾਈ ਮੇਹਰ ਚੰਦ ਜੀ ਵੀ ਇਹ ਸ਼ਹੀਦੀ ਪਾ ਜਾਂਦੇ ਨੇ। ਹੁਣ ਪਾਤਸ਼ਾਹ ਵੀ ਆਪਣੇ ਘੋੜੇ ਦੇ ਉੱਤੇ ਜੰਗ ਕਰ ਰਹੇ ਨੇ, ਉਹ ਵੀ ਦੇਖ ਰਹੇ ਨੇ ਕਿ ਜਿੱਥੋਂ ਤੀਰ ਆ ਰਹੇ ਨੇ, ਜਿੱਥੋਂ ਦੇਖਦੇ ਨੇ ਕਿ ਦੁਸ਼ਮਣ ਦਾ ਜ਼ੋਰ ਜ਼ਿਆਦਾ ਪੈ ਜਾਂਦਾ, ਉੱਥੇ ਜਾ ਕੇ ਪਾਤਸ਼ਾਹ ਉਹਨਾਂ ਦੀ ਮਦਦ ਕਰਦੇ ਨੇ। ਔਰ ਇੱਕ ਜਾਣੇ ਨੂੰ ਇੱਕ ਤੀਰ ਦੇ ਨਾਲ 10 ਤੁਰਕੀ ਵਿੰਨੀ ਜਾਂਦੇ ਪਾਤਸ਼ਾਹ। ਉਹਨਾਂ ਦੇ ਮਨ ਦੀ, ਉਹਨਾਂ ਨੂੰ ਪਤਾ ਚੱਲ ਗਿਆ ਹੈ ਕਿ ਇਹਨਾਂ ਨੂੰ ਜਿੱਤਣਾ ਬੜਾ ਮੁਸ਼ਕਿਲ ਹੈ। ਉਹਨਾਂ ਦੇ ਮਨ 'ਚ ਉਹਨਾਂ ਦਾ ਮਨੋਬਲ ਜਿਹੜਾ ਇੰਨਾ ਗਿਰ ਜਾਂਦਾ ਹੈ। ਔਰ ਸਿੱਖਾਂ ਦਾ ਮਨੋਬਲ ਇੰਨਾ ਉੱਚਾ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪਾਤਸ਼ਾਹ ਦਾ ਹੱਥ ਸਾਡੇ ਉੱਤੇ ਹੈ ਤੇ ਅਸੀਂ ਜਿੱਤਣਾ ਹੀ ਜਿੱਤਣਾ ਹੈ। ਤੇ ਜੰਗ ਇਹ ਜੋ ਕੁਤੁਬ ਖਾਨ ਹੁੰਦਾ ਹੈ, ਇਹ ਹੁਣ ਸੋਚਦਾ ਹੈ ਕਿ ਅਸੀਂ ਕਿਸੇ ਤਰ੍ਹਾਂ ਗੁਰੂ ਸਾਹਿਬ ਨੂੰ ਪਕੜ ਲਈਏ। ਉਹ ਜੋ ਪੈਂਦੇ ਖਾਨ ਦਾ ਇਹ ਚਚੇਰਾ ਭਰਾ ਹੁੰਦਾ ਹੈ, ਇਹਨੂੰ ਬੜਾ ਗੁੱਸਾ ਚੜਿਆ ਹੁੰਦਾ ਹੈ ਕਿ ਇੱਕ ਤੇ ਪੈਂਦੇ ਖਾਨ ਮਰ ਗਿਆ, ਉਮਰਾਵ ਖਾਨ ਮਰ ਗਿਆ, ਅਸਮਾਨ ਖਾਨ ਮਰ ਗਿਆ। ਇਹਨੂੰ ਗੁੱਸਾ ਚੜਿਆ ਹੁੰਦਾ ਹੈ ਕਿ ਸਾਡੇ ਤੇ ਇਹ ਕੱਟ ਕੇ ਵੱਢ ਕੇ ਇਹ ਤੇ ਸੁੱਟੀ ਜਾਂਦੇ ਨੇ, ਏਦਾਂ ਕਿੱਦਾਂ ਚੱਲੇਗਾ। ਤੇ ਇਹ ਚਾਹੁੰਦਾ ਹੈ ਕਿ ਮੈਂ ਪਾਤਸ਼ਾਹ ਦੇ ਨਾਲ ਸਿੱਧੋ ਸਿੱਧੀ ਆਮੋ ਸਾਹਮਣੀ ਉਹਨਾਂ ਦਾ ਯੁੱਧ ਕਰਾਂ। ਤੇ ਇਹ ਦੂਰੋਂ ਹੀ ਪਾਤਸ਼ਾਹ ਨੂੰ ਇਹ ਲਲਕਾਰਦਾ ਹੈ, ਕਹਿੰਦਾ ਹੈ ਮੈਂ ਤੁਹਾਡੇ ਕੋਲ ਆ ਰਿਹਾ, ਤੁਸੀਂ ਉੱਥੇ ਹੀ ਖੜੇ ਰਹੋ, ਮੈਂ ਆ ਰਿਹਾ ਤੁਹਾਡੇ ਕੋਲ ਬਦਲਾ ਲੈਣ ਵਾਸਤੇ, ਕਿਉਂਕਿ ਤੁਸੀਂ ਮੇਰਾ ਭਰਾ ਮਾਰਤਾ, ਮੇਰੀ ਫੌਜ ਤੁਸੀਂ ਮਾਰਤੀ, ਤੁਸੀਂ ਰੁਕਿਓ, ਮੈਂ ਉੱਥੇ ਹੀ ਆ ਰਿਹਾ, ਮੈਂ ਤੁਹਾਡੇ ਨਾਲ ਬਦਲਾ ਲੈਣ ਵਾਸਤੇ ਮੈਂ ਆ ਰਿਹਾ। ਪਾਤਸ਼ਾਹ ਬੜੇ ਧੀਰਜ ਦੇ ਨਾਲ ਖੜੇ ਨੇ, ਕਹਿੰਦੇ ਆ ਜਾ ਤੂੰ ਬਦਲਾ ਲੈਣਾ, ਆ ਜਾ, ਅਸੀਂ ਕਿਤੇ ਦੌੜ ਕੇ ਨਹੀਂ ਚੱਲੇ, ਅਸੀਂ ਇੱਥੇ ਸਾਹਮਣੇ ਹੀ ਖੜੇ ਆ। ਤੇ ਉਹ ਕਹਿੰਦਾ, ਜਦੋਂ ਆਂਦਾ ਹੈ ਨਾ ਤੇ ਕਹਿੰਦਾ ਹੈ ਕਿ ਖਿੱਚ ਕੇ ਨਾ ਇੱਕ ਤੀਰ ਛੱਡਦਾ, ਆਂਦਾ ਨਾਲੇ ਤੇ ਲਲਕਾਰੀ ਜਾ ਰਿਹਾ ਤੇ ਨਾਲੇ ਘੋੜੇ ਤੇ ਆਈ ਜਾ ਰਿਹਾ, ਤੇ ਖਿੱਚ ਕੇ ਉਹ ਇੱਕ ਤੀਰ ਛੱਡਦਾ ਜੋ ਕਿ ਪਾਤਸ਼ਾਹ ਆਪਣੇ ਘੋੜੇ ਦਾ ਪੈਂਤਰਾ ਬਦਲਦੇ ਨੇ ਔਰ ਉਹ ਖਾਲੀ ਚਲਾ ਜਾਂਦਾ ਬਾਹਰ। ਜਦੋਂ ਬਾਹਰ ਖਾਲੀ ਚਲਾ ਜਾਂਦਾ ਤੇ ਫਿਰ ਇਹਨੂੰ ਬੜਾ ਗੁੱਸਾ ਚੜਦਾ। ਇਹ ਕਹਿੰਦਾ ਹੈ ਤੁਸੀਂ ਹੁਣ ਮੇਰੇ ਤੋਂ ਬਚਿਆ ਜੇ, ਹੁਣ ਤੁਸੀਂ ਮੇਰੇ ਤੋਂ ਬਚਿਆ ਜੇ, ਮੇਰਾ ਵੀ ਕੋਈ ਵਾਰ ਖਾਲੀ ਨਹੀਂ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਅਸੀਂ ਤੇ ਇੱਥੇ ਹੀ ਖੜੇ ਆ, ਤੇਰੇ ਮਨ ਦੀ ਕੋਈ ਗੱਲ ਵਿੱਚ ਨਾ ਰਹਿ ਜੇ, ਤੇਰੇ ਮਨ 'ਚ ਗੱਲ ਨਾ ਰਹਿ ਜੇ, ਤੂੰ ਜਿੰਨੀ ਵੀ ਤੈਨੂੰ ਸ਼ਸਤਰ ਵਿਦਿਆ ਆਂਦੀ ਹੈ
तू अपनी सारी शस्त्र विद्या तू अपनी इकट्ठी कर लै और तू साडे सामने आ जा, जिस तरीके नाल तू चाहना है तू आके साडे नाल जंग कर। ते जिस तरह ये एक तीर खिंच के मारदा है, पातशाह भी जवाब दे विच इन्ना भयानक तीर खिंच के मारदे ने और एक जाके गुरु साहेबान दा तीर लगदा है कुतुब खां दे घोड़े दी छाती च और घोड़े नू विनदा होया तीर आर पार चला जांदा है। और जदों घोड़ा डिगण लगदा है, ये उछल के गिर जाता है और जिस तरह बचन की कोशिश करता है ते पातशाह एदे गर्दन ते एनी जोर दी तेग चलांदे ने कि एदा सिर सीस एदा धड़ नालों अलग कर देंदे ने और ये झूमदा झूमदा उत्थे गिर जाता है। हुण संगत जी रह जाता एक काले खान। हुण काले खान नूं फिकर पै जाता है कि मेरे तो सारे मरी जा रहे हैं, इन्हें ते फौज भी साडी बड़ी मर गई है। और संगत जी कितने 80,000 1 लाख फौज और इन्हां दे किन्ने तुर्की रह गए हुंदे ने, सिर्फ 1000। और इधर गुरु साहेब दी फौज 1800 तो 2000 दे विच हुंदी। 1800 ते उन्हां दे अपने सिख हुंदे ने, पर संगत जी जेड़े उत्थे आए हुंदे ने दर्शनां वास्ते पातशाह ने उन्हां नूं भी हथियार दित्ते हुंदे ने। ते ये मिला के 1800 दे विच 2000 उन्हां दी फौज हुंदी है, जेड़े कि उन्हां विचों भी काफी शहीद हो चुके हुंदे ने और पातशाह दी फौज रह जांदी है सारी 1200-1300। पर तां भी संगत जी देखो 1800 तो 1200-1300 दी पातशाह दी फौज और उत्थे उन्हां दी किन्नी 80,000 तो 1 लाख लैके ते एदा मतलब एक सिख किन्नियां ते भारी पै गया। ये ते पातशाह दा हत्थ सी कि एक एक सिख उन्हां तुरकां ते किन्ना भारी पिया। क्योंकि संगत जी जिहड़ा पहला जंग होया ना, पहला जंग होया सी ये अमृतसर दे विच, ओदे च सी 8000 दी तुरकां दी फौज। जिहड़ा दूसरा जंग होया हरगोबिंदपुरा, उत्थे सीगी 14,000 दी फौज तुरकां दी। और तीसरा जिहड़ा महराज होया उत्थे 35,000 तुरकां दी फौज सी। और ये सारे नाल वड्डी सी इत्थे सी 80,000 तो 1 लाख। हुण ये काले खां सोच रहा, कहंदा साडे ते इन्ने मर गए ने, हुण असीं की करिए। ये सोचदा है, कहंदा है कि मैं अगर मर जावां, मैं ते हुण अगर या ते मैं गुरु नूं पकड़ ला ते बादशाह दे अगे पेश कर दा। पर जो जिस तरीके दे नाल ये जंग चल रही है ते ये उन्होंने अंदरों पता चल गया कि पातशाह तो कि गुरु तो जितना औखा है। और वो ये भी देख रहा सी कि मेरी जो बाकी जो फौज रह गई है ओदा मनोबल इन्ना गिर गया है कि वो डर के मारे वो अगे नहीं हो रहा। और उधर उन्हां दी फौज सोचदी है, कहंदी है कोई आके इनू काले खान नू कह दे कि भाई जंग रोक दो, ये अपनी भी जान एदी बच जाएगी ते साडी फौज। ते सिखां नू पूरा विश्वास हुंदा है, सिखां नू बड़ा हौसला उन्हां दा बुलंद हुंदा है। क्यों? क्योंकि देखदे इन्ने सारे सिख हैगे ने, उन्हां दे मरदे जा रहे ने और उन्हां दी तुरकां दी फौज ऐदां पई हुंदी है। कवि जी कहंदे जिस तरह ओलियां दी बारिश हुई हुंदी है और फसल नष्ट करके चारों पासे ओले ओले हुंदे ने, उस तरह तुर्क चारों पासे गिरे पए हुंदे ने। ते ये काले खां सोचदा है कि हुण मैनू की करना चाहिए। कहंदा है कि जिहड़ी मेरी 1000 दी फौज बच गई है, इनू मैं हुण अपने नाल लल्लां ते मैं कट्ठा ही हल्ला बोलां ते मैं गुरु नू फड़ लां। और इधर सिख तीर भी छड्ड रहे हुंदे ने और आपस च गल्लां कर रहे हुंदे ने। कहंदे ने कि कोई जाके इन्हां नू समझाए कि अज तक कोई गुरु तो जित पाया, अज तक गुरु कोई जित पाया, जिहड़ा हुण कोई जितेगा। जाके कोई बादशाह नू दसे कि तू किस गुरु नाल तू टाकरा लैना।
ਜਿਹਦੇ ਤੈਨੂੰ ਸ਼ਰਨ ਦੇ ਵਿੱਚ ਆਣਾ ਚਾਹੀਦਾ ਹੈ, ਜਿਹਦੇ ਤੈਨੂੰ ਬੰਦਗੀ ਕਰਨੀ ਚਾਹੀਦੀ ਆ, ਤੂੰ ਉਹਦੇ ਨਾਲ ਵੈਰ ਰੱਖਦਾ ਹੈ। ਕੋਈ ਉਹਨੂੰ ਜਾ ਕੇ ਦੱਸੇ। ਇਹ ਸਿੱਖ ਆਪਸ ਚ ਗੱਲਾਂ ਕਰ ਰਹੇ ਹੁੰਦੇ ਨੇ ਕਿ ਗੁਰੂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਗੁਰ ਜੈਸਾ ਨਾਹੀ ਕੋ ਦੇਵ। ਉਹ ਆਪਸ ਚ ਗੱਲਾਂ ਕਰ ਰਹੇ ਹੁੰਦੇ, ਉਧਰੋਂ ਕਾਲੇ ਖਾਂ ਨੂੰ ਫਿਕਰ ਪਿਆ ਹੁੰਦਾ ਹੈ। ਤੇ ਕਾਲੇ ਖਾਂ ਕੀ ਕਰਦਾ ਹੈ, ਉਹ ਸਾਰਿਆਂ ਨੂੰ ਇਕੱਠਾ ਕਰ ਲੈਂਦਾ, ਔਰ ਸਾਰਿਆਂ ਨੂੰ ਨਾ ਫਿਰ ਉਹ ਥੋੜਾ ਜਿਹਾ ਉਹਨਾਂ ਦਾ ਮਨੋਬਲ ਵਧਾਉਣ ਵਾਸਤੇ ਕਹਿੰਦਾ ਸਾਰੇ ਜਾਣੇ ਨਾ ਇਕੱਠੇ ਮਿਲ ਕੇ ਜਾਓ, ਗੁਰੂ ਨੂੰ ਫੜ ਲਓ, ਔਰ ਜਦੋਂ ਤੁਸੀਂ ਗੁਰੂ ਨੂੰ ਜਿਹੜਾ ਵੀ ਫੜ ਕੇ ਲਿਆਏਗਾ ਨਾ, ਉਹਨੂੰ ਰਾਜਾ ਦੀ ਜ਼ਿੰਦਗੀ ਮਿਲੇਗੀ, ਉਹਨੂੰ ਸ਼ਾਨੋ ਸ਼ੌਕਤ, ਉਹਨੂੰ ਹਾਥੀ ਘੋੜੇ, ਉਹਨੂੰ ਸਾਰੀ ਜ਼ਿੰਦਗੀ ਫਿਰ ਕੋਈ ਕੰਮ ਨਹੀਂ ਕਰਨਾ ਪਏਗਾ। ਜਿਹੜਾ ਵੀ ਗੁਰੂ ਨੂੰ ਫੜ ਕੇ ਲੈ ਕੇ ਆਏਗਾ। ਸਾਰੇ ਆਪਣੇ ਕਮਰ ਕੱਸ ਲੈਂਦੇ ਨੇ। ਹੁਣ ਸਾਰਿਆਂ ਨੂੰ ਮਜਬੂਰੀ ਚ ਉਹ ਸਾਥ ਤੇ ਦੇਣਾ ਪੈਣਾ, ਕੋਈ ਜੰਗ ਛੱਡ ਕੇ ਤੇ ਜਾ ਨਹੀਂ ਸਕਦਾ। ਤੇ ਸਾਰੇ ਤੇਗਾ ਖਿੱਚ ਲੈਂਦੇ ਨੇ, ਤੀਰ ਕਮਾਨ ਸਾਰੇ ਆਪਣੇ ਜਿੰਨੇ ਵੀ ਉਹਨਾਂ ਦੇ ਹੁੰਦੇ ਨੇ, ਬਾਲੇ, ਭਰਛੇ, ਨੇਜੇ, ਬਰਛੇ, ਤੀਰ ਕਮਾਨ, ਤਲਵਾਰਾਂ, ਖੰਡੇ, ਸਾਰੇ ਇਕੱਠੇ ਕਰਕੇ ਉਹ ਸ਼ੁਰੂ ਕਰ ਦਿੰਦੇ ਨੇ। ਕਹਿੰਦੇ ਨੇ ਹੁਣ ਅਸੀਂ ਇਕੱਠੇ ਹੋ ਕੇ ਹਮਲਾ ਕਰਨਾ। ਇਧਰੋਂ ਯਾ ਅਲੀ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ, ਇਧਰੋਂ ਜਕਾਰੇ ਛੱਡੇ ਜਾ ਰਹੇ ਨੇ, ਤੇ ਇੰਨਾ ਯੁੱਧ ਭਿਆਨਕ ਹੁੰਦਾ ਹੈ। ਤੇ ਉਧਰੋਂ ਗੋਲੀਆਂ ਦੀਆਂ ਆਵਾਜ਼ਾਂ ਆਉਂਦੀਆਂ, ਤੇ ਪਾਤਸ਼ਾਹ ਇਧਰੋਂ ਕਾਲੇ ਖਾਂ ਦਾ ਨਿਸ਼ਾਨਾ ਲੈ ਕੇ ਇੱਕ ਤੀਰ ਛੱਡਦੇ ਨੇ। ਜਦੋਂ ਤੀਰ ਛੱਡਦੇ ਨੇ ਤੇ ਉਹ ਜਾ ਕੇ ਕਾਲੇ ਖਾਂ ਦੇ ਘੋੜੇ 'ਚ ਵੱਜਦਾ। ਜਦੋਂ ਘੋੜੇ 'ਚ ਵੱਜਦਾ ਹੈ ਤੇ ਘੋੜਾ ਗਿਰ ਜਾਂਦਾ, ਕਾਲੇ ਖਾਂ ਫਟਾਫਟ ਉਤਰ ਜਾਂਦਾ ਹੈ। ਜਿਸ ਤਰ੍ਹਾਂ ਹੀ ਉਤਰਦਾ ਹੈ ਤੇ ਆਪਣੀ ਤੇਗ ਕੱਢ ਲੈਂਦਾ, ਆਪਣੀ ਤਲਵਾਰ ਕੱਢ ਲੈਂਦਾ ਬਾਹਰ, ਔਰ ਪਾਤਸ਼ਾਹ ਨੂੰ ਲਲਕਾਰਦਾ। ਕਹਿੰਦਾ ਹੈ ਇਹ ਤੇ ਗੱਲ ਗਲਤ ਹੈ, ਤੁਸੀਂ ਘੋੜੇ ਤੇ ਔਰ ਮੈਂ ਨੀਚੇ, ਮੈਂ ਜ਼ਮੀਨ ਤੇ ਮੈਂ ਪੈਦਲ। ਕਹਿੰਦੇ ਇਹ ਤੇ ਰਣਨੀਤੀ ਨਹੀਂ ਨਾ ਕਹਿੰਦੀ ਹੈ। ਜੇ ਤੁਸੀਂ ਮਰਦਾਂ ਵਾਲੀ ਖੇਡ ਖੇਡਣੀ ਹੈ ਨਾ, ਤੇ ਤੁਸੀਂ ਨੀਚੇ ਆਓ, ਆਪਣੇ ਆਪ ਨੂੰ ਤੁਸੀਂ ਬੜਾ ਮਹਾਬਲੀ ਸਮਝਦੇ ਹੋ, ਤੁਸੀਂ ਆਪਣੇ ਆਪ ਨੂੰ ਤੁਸੀਂ ਬਲਸ਼ਾਲੀ ਸਮਝਦੇ ਹੋ, ਤੁਸੀਂ ਸੋਚਦੇ ਹੋ ਤੁਹਾਡੇ ਤੋਂ ਵੱਡਾ ਤੀਰਅੰਦਾਜ਼ ਕੋਈ ਨਹੀਂ ਹੋਏਗਾ। ਤੇ ਉਹ ਇਹੋ ਜਿਹੀਆਂ ਗੱਲਾਂ ਕਰਦਾ, ਤੇ ਪਾਤਸ਼ਾਹ ਨਾ ਮੁਸਕਰਾਉਂਦੇ ਨੇ। ਪਾਤਸ਼ਾਹ ਕਹਿੰਦੇ ਨੇ ਅਸੀਂ ਤੇ ਇੱਥੇ ਹੀ ਆ, ਤੂੰ ਜੋ ਪੈਂਤਰੇ ਅਜਮਾਨੇ ਨੇ ਅਜਮਾ ਲੈ। ਕਹਿੰਦਾ ਮੈਂ ਨੀਚੇ ਆ ਤੇ ਤੁਸੀਂ ਘੋੜੇ ਤੋਂ ਵਾਰ ਕਰੋਗੇ ਤੇ ਮੈਂ ਤੇ ਮਰ ਜਾਗਾ। ਤੇ ਇਸ ਲਈ ਇਹ ਤੇ ਕੋਈ ਰਣਨੀਤੀ ਨਾ ਹੋਈ ਕਿ ਮੈਂ ਪੈਦਲ ਔਰ ਤੁਸੀਂ ਘੋੜੇ ਤੇ ਇਹ ਸੁਣਦੇ ਹੀ ਪਾਤਸ਼ਾਹ ਆਪ ਵੀ ਘੋੜੇ ਤੋਂ ਉਤਰ ਜਾਂਦੇ ਨੇ। ਜਦੋਂ ਘੋੜੇ ਤੋਂ ਉਤਰ ਜਾਂਦੇ ਨੇ ਤੇ ਉਹ ਸੰਗਤ ਜੀ ਫਿਰ ਕਿੰਨਾ ਭਿਆਨਕ, ਜਦੋਂ ਦਵੰਦ ਯੁੱਧ ਹੁੰਦਾ ਹੈ ਦੋ ਜਾਣਿਆਂ ਦੇ ਵਿੱਚ, ਤੇ ਕਿੰਨਾ ਭਿਆਨਕ ਯੁੱਧ ਹੋਇਆ ਹੋਏਗਾ ਨਾ ਸੰਗਤ ਜੀ। ਇਧਰੋਂ ਇਹ ਕਿਉਂਕਿ ਸੰਗਤ ਜੀ ਇਹ ਵੀ ਬਲਸ਼ਾਲੀ ਸੀ, ਕਾਲੇ ਖਾਂ ਵੀ, ਇਹਨੇ ਵੀ ਸ਼ਸਤਰ ਵਿਦਿਆ, ਕਿਉਂਕਿ ਜਿਹੜੇ ਇਹ ਸੂਬੇਦਾਰ ਹੁੰਦੇ ਜੋ ਲੜਾਈਆਂ ਕਰਦੇ ਸੀ, ਸ਼ਸਤਰ ਵਿਦਿਆ ਸਾਰੇ ਹਾਸਲ ਕਰਦੇ ਸੀ। ਪਰ ਗੁਰੂ ਤੇ ਗੁਰੂ ਹੈ, ਗੁਰੂ ਦਾ ਤੇ ਮੁਕਾਬਲਾ ਨਹੀਂ। ਤੇ ਇਧਰੋਂ ਇਹ ਖੰਡਾ ਚਲਾ ਰਿਹਾ ਹੈ, ਇਧਰੋਂ ਪਾਤਸ਼ਾਹ ਕਰ ਰਹੇ ਨੇ, ਖੰਡੇ ਦੀਆਂ ਆਵਾਜ਼ਾਂ, ਖੰਡੇ ਨਾਲ ਜੋ ਖੰਡਾ ਖੜਕਿਆ ਜਾਂਦਾ ਉਹਦੀ ਆਵਾਜ਼ਾਂ, ਇਸ ਤਰ੍ਹਾਂ ਬਿਜਲੀ, ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਬਿਜਲੀ ਗਰਜਦੀ ਹੈ ਔਰ ਬਿਜਲੀ ਚਮਕਦੀ ਹੈ, ਇਸ ਤਰ੍ਹਾਂ ਦੀਆਂ ਆਵਾਜ਼ਾਂ, ਕਦੀ ਢਾਲ ਦੇ ਨਾਲ ਢਾਲ ਵੱਜ ਰਹੀ ਹੈ, ਕਦੀ ਖੰਡੇ ਨਾਲ ਖੰਡਾ ਵੱਜ ਰਿਹਾ ਹੈ। ਉਹ ਕਦੀ ਕਾਲੇ ਖਾਂ ਆਪਣੇ ਆਪ ਨੂੰ ਬਚਾਉਂਦਾ ਹੈ, ਕਦੀ ਪਾਤਸ਼ਾਹ ਆਪਣੇ ਆਪ ਨੂੰ ਬਚਾਉਂਦੇ ਨੇ, ਤੇ ਸੰਗਤ ਜੀ ਬੜਾ ਭਿਆਨਕ ਯੁੱਧ ਚੱਲ ਰਿਹਾ ਹੁੰਦਾ ਹੈ। ਤੇ ਜਦੋਂ ਕਾਲੇ ਖਾਂ ਜਦੋਂ ਇਹ ਜਦੋਂ ਤਲਵਾਰ ਜਦੋਂ ਚਲਾਉਂਦਾ ਹੈ ਤੇ ਪਾਤਸ਼ਾਹ ਦੇ ਮੱਥੇ ਤੇ ਆ ਕੇ ਵੱਜਦੀ ਹੈ। ਜਦੋਂ ਮੱਥੇ ਤੇ ਆ ਕੇ ਵੱਜਦੀ ਹੈ ਤੇ ਪਾਤਸ਼ਾਹ ਦੇ ਇੱਥੋਂ ਮੱਥੇ ਤੋਂ ਖੂਨ ਨਿਕਲਣ ਲੱਗ ਪੈਂਦਾ। ਜਦੋਂ ਖੂਨ ਨਿਕਲਦਾ ਹੈ ਤੇ ਕਵੀ ਜੀ ਲਿਖਦੇ ਨੇ, ਕਵੀ ਜੀ ਕਹਿੰਦੇ ਨੇ ਪਾਤਸ਼ਾਹ ਦੇ ਮੱਥੇ ਤੇ ਖੂਨ ਏਦਾਂ ਪ੍ਰਤੀਤ ਹੁੰਦਾ ਹੈ ਜਿਸ ਤਰ੍ਹਾਂ ਕਿ ਫਤਿਹ ਦਾ ਤਿਲਕ ਲੱਗ ਗਿਆ ਹੋਏ ਪਾਤਸ਼ਾਹ ਦੇ ਮੱਥੇ ਦੇ ਉੱਤੇ। ਜਦੋਂ ਪਾਤਸ਼ਾਹ ਦੇ ਮੱਥੇ ਤੋਂ ਖੂਨ ਨਿਕਲਦਾ ਹੈ, ਪਾਤਸ਼ਾਹ ਨੂੰ ਫਿਰ ਹੋਰ
ਉਹਨਾਂ ਦਾ ਭਿਆਨਕ ਰੂਪ ਹੋ ਜਾਂਦਾ ਹੈ। ਪਾਤਸ਼ਾਹ ਨੂੰ ਹੋਰ ਗੁੱਸਾ ਆ ਜਾਂਦਾ ਹੈ। ਜਦੋਂ ਉਹਨਾਂ ਨੂੰ ਹੋਰ ਗੁੱਸਾ ਆ ਜਾਂਦਾ ਹੈ ਤੇ ਫਿਰ ਯੁੱਧ ਤੇ ਸੰਗਤ ਜੀ ਫਿਰ ਹੋਰ ਵੀ ਭਿਆਨਕ ਹੋਏਗਾ। ਫਿਰ ਜਦੋਂ ਯੁੱਧ ਕਰਦੇ 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 ਤੇ ਫਿਰ ਕਾਲੇ ਖਾਂ ਪਾਤਸ਼ਾਹ ਦੇ ਹੱਥੋਂ ਸ਼ਹੀਦੀ ਪਾ ਜਾਂਦਾ ਹੈ। ਜਦੋਂ ਸ਼ਹੀਦੀ ਪਾ ਜਾਂਦਾ ਹੈ ਤੇ ਸੰਗਤ ਜੀ ਉਧਰੋਂ ਤੁਰਕ ਦੌੜ ਜਾਂਦੇ ਨੇ, ਉਹ ਤੁਰਕ ਦੌੜ ਜਾਂਦੇ ਨੇ। ਕਾਲੇ ਖਾਂ ਮਾਰਿਆ ਜਾਂਦਾ। ਜਦੋਂ ਸਾਰੇ ਸੂਬੇਦਾਰ ਮਰ ਗਏ ਤੇ ਫਿਰ ਕੀ ਹੋਣਾ? ਫਿਰ ਤੇ ਇਧਰੋਂ ਸਿੱਖਾਂ ਨੇ ਆਪਣੇ ਜਕਾਰੇ ਛੱਡ ਤੇ ਫਤਿਹ ਦੇ ਨਗਾੜੇ ਵੱਜਣੇ ਸ਼ੁਰੂ ਹੋ ਗਏ ਫਤਿਹ ਦੇ, ਤੇ ਤੁਰਕ ਉਧਰ ਦੌੜ ਗਏ। ਔਰ ਸਿੱਖ ਪਿੱਛੋਂ ਕੀ ਕਹਿੰਦੇ? ਕਹਿੰਦੇ ਜਾ ਕੇ ਦੱਸ ਦੋ ਆਪਣੇ ਬਾਦਸ਼ਾਹ ਨੂੰ, ਅਸੀਂ ਤੁਹਾਡੇ ਕੋਈ ਨਗਾੜੇ ਨਹੀਂ ਹੋਵਨ ਵੱਜਣ ਦੇਣੇ, ਤੁਹਾਡੇ ਹੁਣ ਕੋਈ ਅਸੀਂ ਕਿਲੇ ਨਹੀਂ ਛੱਡਣੇ, ਅਸੀਂ ਤੁਹਾਡੇ ਸਾਰੇ ਕਿਲੇ ਭੰਨ ਦੇਣੇ ਨੇ, ਅਸੀਂ ਤੁਹਾਡੇ ਸਾਰੇ ਨਗਾੜੇ ਹੁਣ ਬੰਦ ਕਰ ਦੇਣੇ, ਖਾਲਸੇ ਦਾ ਝੰਡਾ ਝੂਲੇਗਾ। ਔਰ ਸਾਰੇ ਇੱਧਰ ਜਕਾਰੇ ਬੁਲਾਉਂਦੇ ਨੇ, ਨਗਾੜੇ ਵੱਜਦੇ ਨੇ। ਤੇ ਇਸ ਤਰ੍ਹਾਂ ਸੰਗਤ ਜੀ ਇਹ ਜੰਗ ਇੱਥੇ ਜਦੋਂ ਸਾਰੇ ਸੂਬੇਦਾਰ ਮਾਰੇ ਜਾਂਦੇ ਨੇ ਤੇ ਇੱਥੇ ਫਿਰ ਇਹ ਫਤਿਹ ਉਹ ਪ੍ਰਾਪਤ ਕਰਦੇ ਨੇ। ਹੁਣ ਸੰਗਤ ਜੀ ਅਸੀਂ ਅਗਲੀ ਵਾਰ ਫਤਿਹ ਦੀ ਅਖੀਰੀ ਅਸੀਂ ਸਾਖੀ ਕਰਾਂਗੇ ਇਹ ਕਰਤਾਰਪੁਰ ਸਾਹਿਬ ਦੇ ਜੰਗ ਦੀ। ਸੰਗਤ ਜੀ ਕੋਈ ਭੁੱਲ ਚੁੱਕ ਹੋ ਗਈ ਹੋਏ ਤੇ ਮਾਫ ਕਰ ਦੇਣਾ ਸੰਗਤ ਜੀ। ਆਓ ਅਸੀਂ ਹੁਣ ਮਿਲ ਕੇ ਸ਼ਬਦ ਪੜ੍ਹਦੇ ਹਾਂ। बहुत बहुत धन्यवाद, बहुत ही बहुत अच्छी तरह बयान कर। सतगुर सबना दा भला मनाएंदा, भला मनाएंदा, भला मनाएंदा। सतगुर सबना का, सतगुर सबना दा भला मनाएंदा, भला मनाएंदा, भला मनाएंदा। तिसदा बुरा क्यों होए, तिसदा बुरा क्यों होए, भला मनाएंदा, भला मनाएंदा। सतगुर सबना दा भला मनाएंदा, भला मनाएंदा, भला मनाएंदा। सतगुर दाता दयाल है, सतगुर दाता दयाल है, जिसनो दया सदा होए, जिसनो दया सदा होए, भला मनाएंदा, भला मनाएंदा। सतगुर सबना दा भला मनाएंदा, भला मनाएंदा, भला मनाएंदा। सतगुर अंदरों निर्वैर है,
है निर्वैर है, सतगुर अंदरों निर्वैर है, सब देखे ब्रह्म एक सोए, सब देखे ब्रह्म एक सोए, भला मनाएंदा भला मनाएंदा, सतगुर सबना दा भला मनाएंदा, भला मनाएंदा, भला मनाएंदा। निर्वैर जे वैर चलाएंदे, निर्वैर नाल निर्वैर नाल जे वैर चलाएंदे, तिन विचों तिस्टिया न कोए, तिन विचों तिस्टिया न कोए, भला मनाएंदा भला मनाएंदा, सतगुर सबना दा भला मनाएंदा, भला मनाएंदा, भला मनाएंदा। सतगुर नो जेहा को इच्छदा, सतगुर नो जेहा को इच्छदा, तेहा फल पाए कोए, तेहा फल पाए कोए, भला मनाएंदा भला मनाएंदा, सतगुर सबना दा भला मनाएंदा भला मनाएंदा, भला मनाएंदा। नानक करता सब किछ जानदा, नानक करता सब किछ जानदा, सब किछ जानदा, सब किछ जानदा, नानक करता नानक करता सब किछ जानदा, जिदों किछ कुजा न होए, जिदों किछ कुजा न होए, भला मनाएंदा भला मनाएंदा, सतगुर सबना दा भला मनाएंदा भला मनाएंदा भला मनाएंदा, तिसदा बुरा क्यों होए, तिसदा बुरा क्यों होए, भला मनाएंदा भला मनाएंदा भला मनाएंदा भला मनाएंदा, सतगुर सबना दा भला मनाएंदा भला मनाएंदा
वाहेगुरु जी का खालसा वाहेगुरु जी की संगत जी भुलना चुकना दी खमा कर देना संगत जी। बहुत बहुत धन्यवाद।